पंजवें पातशाह जी का फरमान, कतक कर्म कमावणे दोष न काहू जोग। गुरु अर्जन देव महाराज पातशाह जी ने इस विच सानू खास करके सिक्ख्या देना कीती है, क्योंकि अंतरजामी पातशाह जानते हैं कि जीव का सुभाव है, भावें किन्ने रात दिने गुनाह करे गलतियां करे, पर अपनी गलती नूं छुपाउण वास्ते दूजे का नाम लाउंदा है, दूजे का दोष कढ़दा है, अपनी गलती नूं छुपाउणा करदा है। जीव का सुभाव सुते सदैसा बनिया हुंदा है। इस करके जदों आप कई गुनाह करता है तो दूजियां ते दोष कढ़दा है, तो महाराज जी सानू शुभ सिक्ख्या दिंदे भाई, किसी नूं माड़ा ना कहे। जिवें सतगुरां कहा, हम नहीं चंगे बुरा नहीं कोए, प्रणवत नानक तारे सोए। सब तू है जीव तू अपने आप नूं माड़ा कहे तां सारी सृष्टि तैनूं चंगी लग पवेगी, सारी सृष्टि सही दिसेगी। जे तेरी अपनी दृष्टि माड़ी है तो सियाणियां दी एक सिक्ख्या है, जैसी दृष्टि तैसी सृष्टि। ਜਿਹੋ जी भावना के नाल तू वेखदा है उहो जिहा तेरे नाल वरतारा हुंदा है। इस करके कतक कर्म कमावणे दोष न काहू जोग। सतगुरु जी कहते भाई ये जिहड़ा महीना अज आरंभ हो रहा है, इस तो पहला आसू का महीना लंघिया है, तो आसू के महीने में सतगुरां के असन प्रेम ओ माहड़ा क्यों मिली है हर जाए। कि ਜਦੋਂ ਗੁਰਸਿੱਖ ਦੇ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਕਿ ਮੇਰਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕੇ, ਇਸੇ ਤਰ੍ਹਾਂ ਜਿਹੜੀ ਸ਼ੁਭ ਧਰਮ ਵਾਲੀ ਕੰਨਿਆ ਹੈ ਉਹ ਕਹਿੰਦੀ ਮੇਰਾ ਚੰਗੇ ਪਤੀ ਦੇ ਨਾਲ ਮਿਲਾਪ ਹੋ ਸਕੇ। ਉਹਦੇ ਮਨ ਦੇ ਅੰਦਰ ਪ੍ਰੇਮ ਭਾਵਨਾ ਜਾਗਦੀ ਹੈ, ਤੇ ਸਤਿਗੁਰਾਂ ਉਹਨੂੰ ਸਿੱਖਿਆ ਦੇਣਾ ਕੀਤੀ, ਭਾਈ ਜੇ ਤੂੰ ਆਪਣੇ ਅਸਲ ਪਤੀ ਪਰਮੇਸ਼ਰ ਨੂੰ ਚੰਗੇ ਵਰ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਚੰਗੇ ਗੁਣਾਂ ਦਾ ਦਾਜ ਇਕੱਠਾ ਕਰ, ਚੰਗੇ ਸ਼ੁਭ ਗੁਣ ਧਾਰਨਾ ਕਰ, ਤੇ ਉਹ ਸ਼ੁਭ ਗੁਣ ਜਿਹੜੇ ਇਕੱਠੇ ਕਰਨੇ ਹਨ ਉਹਨਾਂ ਨੂੰ ਕਿਹਾ ਕਤਨਾ। ਤਾਂ ਇਸ ਮਹੀਨੇ ਦਾ ਨਾਂ ਕਤਕ ਕਿਹਾ ਗਿਆ ਹੈ ਕਿ ਕਤਕ ਕਰਮ ਕਮਾਵਣੇ, ਭਾਵ ਇਸ ਮਹੀਨੇ ਵਿੱਚ ਉਹ ਕਤਨਾ ਕਰ ਜਿਵੇਂ ਸਿਆਣੀ ਲੜਕੀ ਜਿਹੜੀ ਸਿਆਣੀ ਲੜਕੀ ਹੈ, ਬੇਟੀ ਹੈ, ਉਹ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਤੇ ਉਹ ਕਤਨਾ ਕਰਦੀ ਹੈ, ਤੇ ਕੱਤ ਕੇ ਸੂਤ ਤੇ ਉਹਦਾ ਦਾਜ ਬਣਾਉਂਦੀ ਹੈ। ਦਰੀਆਂ ਖੇਸ ਚਾਦਰਾਂ ਜੋ ਵੀ ਵਸਤਰ ਹਨ ਪੁਰਾਣੇ ਸਮੇਂ 'ਤੇ ਆਪਣਾ ਕੱਤਿਆ ਹੋਇਆ ਜਿਹੜਾ ਸੂਤ ਸੀ ਉਹਦਾ ਦਾਜ ਤਿਆਰ ਕੀਤਾ ਜਾਂਦਾ ਸੀ। ਤੇ ਇਸ ਕਰਕੇ ਕਹਿੰਦੇ ਇਸ ਵਾਸਤੇ ਭਾਈ ਆਪ ਜਾਣਦੇ ਹੋ कि बाबा बुल्ले शाह भी क्या कर कत्तन वाल ध्यान कुड़े। हे जीव अपने शुभ गुणों के दाज नूं बनाउणा कर। जे तेरे अंदर चंगे गुण धारण हो जाणगे तां फिर चंगियां दी संगत करेगा तां ही प्राप्त होएगा सब कुछ। ते फिर जिहड़े चंगे परमेश्वर दे प्यारे हन, कतक होवे साध संग बिन से सपे सोच। ਕਹਿੰਦੇ ਫਿਰ ਚੰਗੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਸਾਧਨਾ ਕਰਨ ਵਾਲੇ, ਸ਼ੁਭ ਰਸਤੇ ਚੱਲਣ ਵਾਲੇ, ਪੂਰੇ ਸਤਿਗੁਰਾਂ ਦੀ ਜਦੋਂ ਸ਼ਰਨ ਪ੍ਰਾਪਤ ਕਰ ਲਵੇਂਗਾ ਤੇ ਸਾਰੀਆਂ ਸੋਚਾਂ ਸਾਰੇ ਤੇਰੇ ਦੁੱਖ ਰੋਗ ਮਿਟ ਜਾਣਗੇ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਾ ਸਭ ਤੋਂ ਪਹਿਲਾ ਯਤਨ ਹੈ। ਗੁਰੂ ਪਿਆਰੀ ਸਾਧ ਸੰਗਤ ਦੇ ਇੱਥੇ ਇੱਕ ਸਾਖੀ ਵੀ ਦੱਸੀ ਹੈ। ਗੁਰੂ ਕੀ ਸਾਧ ਸੰਗਤ ਦੱਸਿਆ ਜਾਂਦਾ ਹੈ, ਇੱਕ ਦਿਵਯੋ दास ब्रह्म राजा होया, दिव्यो दास करके उसका नाम है राजे का। ਉਹਦੀ एक लड़की जिहड़ी है जंगल दे विच रोंदी फिरदी है, ते ਉਹਦਾ पिछले जन्म का जिहड़ा हाल ऐसा है कि पिछे उन्हें जो माड़ा कर्म किया होया है। ते आम तुसीं कई बार बचन सुनिया है कि पुराने समय 'ਚ जानवर भाखिया दिंदे सन, उन्हां नूं सोझी है कईयां गल्लां दी, भावें जन्म कोई हुंदा है, किसी चंगे कर्म करके उन्हां दी बिरती जिहड़ी है वो बड़ी उच्ची हुंदी है, भावें जन्म उन्हां नूं होर किसी जानवर का मिल जाता है। इस प्रकार जंगल दे विच एक तोतियां दा जोड़ा है, तोता ते तोती दरख्त ते बैठे हुए हैं।
ਉਹ ਆਪਸ ਵਿੱਚ ਵੇਖ ਕੇ ਕਹਿੰਦੇ ਹਨ, ਇਹ ਲੜਕੀ ਦਿਵਿਓ ਦਾਸ ਰਾਜੇ ਦੀ ਰੋ ਰਹੀ ਹੈ, ਤੇ ਦੁਨੀਆ ਦੇ ਲੋਕ ਕਹਿੰਦੇ ਬੜਾ ਇਹਦੇ ਨਾਲ ਮਾੜਾ ਹੋਇਆ, ਇਹ ਤੇ ਐਡੇ ਔਗਣਾ ਵਾਲੀ ਨਹੀਂ ਸੀ, ਇਹਨੂੰ ਕਿਉਂ ਦੁੱਖ ਮਿਲਿਆ। ਉਹ ਪੰਛੀ ਕਹਿਣ ਲੱਗੇ, ਨੇ ਆਪਣਾ ਕਰਮ ਹੀ ਐਸਾ ਕੀਤਾ, ਕਿਸੇ ਨੂੰ ਦੋਸ਼ ਕਾਹਦਾ। ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਇਹ ਇੱਕ ਚੰਗੇ ਬ੍ਰਾਹਮਣ ਦੀ ਲੜਕੀ ਸੀ, ਜੋ ਬ੍ਰਾਹਮਣ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ ਸੀ, ਵਿਦਿਆ ਸਿਖਾਉਂਦਾ ਸੀ। ਤੇ ਇੱਕ ਚੰਗਾ ਲੜਕਾ ਵਿਦਿਆਰਥੀ ਵੇਖ ਕੇ ਉਸ ਪੰਡਤ ਨੇ, ਬ੍ਰਾਹਮਣ ਨੇ, ਵਿਦਵਾਨ ਨੇ ਆਪਣੀ ਲੜਕੀ ਦਾ ਜਿਹੜਾ ਰਿਸ਼ਤਾ ਸੀ ਉਹ ਆਪਣੇ ਵਿਦਿਆਰਥੀ ਨਾਲ ਕਰ ਦਿੱਤਾ। ਉਸ ਦਾ ਵਿਆਹ ਹੋ ਗਿਆ। ਕੁਝ ਸਮੇਂ ਤੋਂ ਬਾਅਦ ਉਹ ਜਿਹੜਾ ਪਿਤਾ ਉਹਦਾ ਸੀ ਬ੍ਰਾਹਮਣ, ਉਹ ਸਰੀਰ ਛੱਡ ਗਿਆ, ਚੜ੍ਹਾਈ ਕਰ ਗਿਆ। ਉਹਦਾ ਜਿਹੜਾ ਡਰ ਸੀ ਮਨ ਦੇ ਵਿੱਚੋਂ ਲੈ ਗਿਆ। ਆਮ ਕਰਕੇ ਵੇਖਿਆ ਜਾਂਦਾ ਜਿਹੜੇ ਸਿਆਣੇ ਪਰਿਵਾਰ ਦੀਆਂ ਬੱਚੀਆਂ ਹੁੰਦੀਆਂ ਹਨ, ਉਹ ਸੱਸ ਸਹੁਰੇ ਦੀ ਆਗਿਆ ਵਿੱਚ ਬਹੁਤ ਚੱਲਦੀਆਂ, ਉਹਨਾਂ ਦਾ ਬੜਾ ਡਰ ਮੰਨਦੀਆਂ ਹਨ। ਤੇ ਕਈਆਂ ਨੂੰ ਐਸੀ ਸਿੱਖਿਆ ਹੁੰਦੀ ਹੈ ਕਿ ਮਾਂ ਪਿਓ ਦਾ ਜ਼ਿਆਦਾ ਡਰ ਰੱਖਣਾ ਤੇ ਸੱਸ ਸਹੁਰੇ ਦੀ ਗੱਲ ਨਹੀਂ ਮੰਨਣੀ। ਇਸ ਕਰਕੇ ਜਦੋਂ ਉਹਦਾ ਪਿਓ ਜਿਹੜਾ ਚੜ੍ਹਾਈ ਕਰ ਗਿਆ ਤੇ ਉਹ ਮਾੜੇ ਸੰਗਤ ਵਿੱਚ ਪੈ ਗਈ, ਆਪਣਾ ਜੀਵਨ ਉਹਨੇ ਭ੍ਰਿਸ਼ਟ ਕਰ ਲਿਆ, ਮਾੜੇ ਕਰਮ ਵਿਕਾਰਾਂ ਦੇ ਵਿੱਚ ਪੈ ਗਈ, ਪਰਾਇਆਂ ਦਾ ਸੰਗ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸ ਕਰਕੇ ਉਹਨੇ ਹੋਰ ਵੀ ਐਸੀਆਂ ਜਿਹੜੀਆਂ ਆਪਣੀਆਂ ਸਹੇਲੀਆਂ ਸਨ, ਉਹਨਾਂ ਨੂੰ ਵੀ ਚੰਗੀਆਂ ਚੰਗੀਆਂ ਜੀਵਨ ਵਾਲੀਆਂ ਜਿਹੜੀਆਂ ਸਨ ਆਪਣੇ ਪਤੀ ਤੋਂ ਵਿਛੋੜ ਦਿੱਤਾ, ਮਾੜੀਆਂ ਆਦਤਾਂ ਦੱਸ ਕਰਕੇ ਉਹਨਾਂ ਦਾ ਵੀ ਜੀਵਨ ਮੈਲਾ ਕਰ ਦਿੱਤਾ। ਇਸ ਕਰਕੇ ਉਹ ਪਤੀ ਤੋਂ ਛੁੱਟੜ ਹੋ ਗਈਆਂ, ਪਤੀ ਨੇ ਉਹਨਾਂ ਨੂੰ ਛੱਡ ਦਿੱਤਾ, ਕਈਆਂ ਨੇ ਆਪਣਾ ਜੀਵਨ ਨਸ਼ਟ ਕਰ ਲਿਆ। ਉਹਦਾ ਜਿਹੜਾ ਫਲ ਹੈ ਇਹਨੂੰ ਇਹ ਮਿਲਿਆ ਹੈ। ਇਸ ਕਰਕੇ 21 ਵਾਰ ਜਦੋਂ ਵਿਆਹ ਹੁੰਦਾ ਹੈ ਤੇ 21 ਵਾਰ ਇਹਦੇ ਪਤੀ ਮਰ ਚੁੱਕੇ ਹਨ ਵਿਆਹ ਦੇ ਵੇਲੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਕਹਿੰਦੇ ਜਦੋਂ ਇਹਦਾ ਵਿਆਹ ਹੁੰਦਾ ਸੀ, ਰਾਜਾ ਵਿਆਹ ਕਰਦਾ ਸੀ ਤੇ ਉਸੇ ਵੇਲੇ ਇਹਦਾ ਪਤੀ ਮਰ ਜਾਂਦਾ ਸੀ। ਸੋ ਜਿੰਨੇ ਇਹਨੇ ਆਪਣੀ ਸਹੇਲੀਆਂ ਦੇ ਪਤੀ ਜਿਹੜੇ ਸਨ ਉਹਨਾਂ ਦੇ ਨਾਲੋਂ ਸਹੇਲੀਆਂ ਨੂੰ ਵਿਛੋੜ ਦਿੱਤਾ, ਮਾੜੀ ਮੱਤ ਦੇ ਕਰਕੇ, ਉਸੇ ਪ੍ਰਕਾਰ ਇਹਦੇ ਉਨੇ ਹੀ ਪਤੀ ਜਿਹੜੇ ਹਨ ਇਹਨੂੰ ਵਿਛੋੜਾ ਦੇ ਗਏ। ਇਹ ਆਪਣੇ ਕੀਤੇ ਦਾ ਫਲ ਜਿਹੜਾ ਭੋਗ ਰਹੀ ਹੈ ਕਰਮਾਂ ਦਾ, ਕਿਸੇ ਦਾ ਦੋਸ਼ ਨਹੀਂ। ਇਸੇ ਪ੍ਰਕਾਰ ਕੈਰਵਾਂ ਦਾ ਵੱਡਾ ਜਿਹੜਾ ਹੋਇਆ ਹੈ ਧ੍ਰਿਸ਼ਟਰਾਸ਼ਟਰ, ਉਹ ਅੰਨਾ ਹੈ। ਉਹਦੇ ਪੁਰਾਣੇ ਜੀਵਨ ਦਾ ਜਿਹੜਾ ਹਵਾਲਾ ਗ੍ਰੰਥਾਂ ਵਿੱਚੋਂ ਮਿਲਦਾ ਹੈ ਕਿ ਉਹਨੇ ਐਸਾ ਮਨ ਦੇ ਸਵਾਦ ਕਰਕੇ, ਜ਼ਬਾਨ ਦੇ ਸਵਾਦ ਕਰਕੇ ਮਾੜਾ ਕਰਮ ਕੀਤਾ ਕਿ ਹੰਸਾਂ ਦਾ 100 ਬੱਚਾ ਮਾਰ ਕੇ ਖਾਧਾ ਹੈ। ਆਪਣੀ ਜਿਹੜੀ ਹੋਰ ਆਦਤ ਨੂੰ, ਰੋਜ਼ ਦੀ ਨਿਯਮ ਨੂੰ, ਰੀਤੀ ਨੂੰ ਛੱਡ ਕੇ ਤੇ ਹੰਸਾਂ ਦੇ ਬੱਚੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਜੰਗ ਦੇ ਵਿੱਚ ਉਹਦਾ 100 ਪੁੱਤਰ ਖਤਮ ਹੋ ਗਿਆ। ਉਸੇ ਤਰ੍ਹਾਂ 100 ਦਾ ਲੇਖਾ ਦੇਣਾ ਪਿਆ। ਫਿਰ ਕਹਿੰਦੇ ਜਿਹੜਾ ਉਹ ਅੰਨਾ ਹੋਇਆ, ਕਿਉਂ ਹੋਇਆ ਕਿ 106ਵਾਂ ਜਨਮ ਹੋਇਆ ਜਦੋਂ ਇਸ ਤੋਂ ਪਹਿਲਾਂ, ਤੇ ਇਹਨੇ ਛੋਟੀ ਉਮਰ ਦੇ ਵਿੱਚ ਇੱਕ ਟਿੱਡੇ ਦੀਆਂ ਅੱਖਾਂ ਕੱਢੀਆਂ ਹਨ। ਇਸ ਕਰਕੇ ਇਹਦੀ ਨਿਗਾਹ ਜਾਂਦੀ ਰਹੀ। ਸੋ ਉੱਥੇ ਇਹ ਬਚਨ ਆਉਂਦਾ ਹੈ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਕਹਿੰਦੇ ਚੰਗਿਆਂ ਦੀ ਸੰਗਤ ਕਰੀਏ ਤੇ ਕੋਈ ਮਾੜਾ ਮਹੀਨਾ, ਕੋਈ ਵਾਰ, ਕੋਈ ਦਿਨ ਨਹੀਂ ਹੈ। ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ। ਕਿਰਪਾ ਕਰੋ ਹਰੇ, ਜਿਹਦੇ ਤੇ ਉਹਦੀ ਮਿਹਰ ਦੀ ਦ੍ਰਿਸ਼ਟੀ ਹੋਵੇ ਉਹਦੇ ਵਾਸਤੇ ਸਦਾ ਹੀ ਸਮਾਂ ਚੰਗਾ ਹੈ। ਅਸੀਂ ਕਹਿੰਦੇ ਕਲਯੁਗ ਆ ਗਿਆ, ਬੜਾ ਮਾੜਾ ਹੈ। ਗੁਰਬਾਣੀ ਕਹਿੰਦੀ ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ, ਗੁਰੂ ਦੀ ਆਗਿਆ ਵਿੱਚ ਚੱਲੀਏ ਤੇ ਕਲਯੁਗ ਜਿਹੜਾ ਹੈ ਇਹਦੇ ਵਿੱਚ ਗੁਣ ਵੀ ਬੜੇ ਹਨ। ਤੇ ਜਿਨ੍ਹਾਂ ਚੰਗੇ ਗੁਣ ਧਾਰਨ ਨਹੀਂ ਕੀਤੇ, ਜਿਨ੍ਹਾਂ ਦੇ ਕਰਮਾਂ ਵਿੱਚ ਫਰਕ ਸੀ, ਉਹਨਾਂ ਨੂੰ ਸਤਿਯੁਗ ਦੇ ਵਿੱਚ ਵੀ ਕਈ ਦੁੱਖ ਝੱਲਣੇ ਪਏ, ਉਹਨਾਂ ਵਾਸਤੇ ਸਤਿਯੁਗ ਵੀ ਮਾੜਾ ਹੈ। ਇਸ ਕਰਕੇ ਜਿਹੋ ਜਿਹੇ ਜੀਵ ਕਰਮ ਕਰਦਾ ਦਾ ਫਲ ਭੋਗਦਾ ਹੈ। ਗੁਰੂ ਪਿਆਰੀ ਸਾਧ ਸੰਗਤ, ਆਮ ਲੋਕਾਂ ਦੇ ਮਨ ਦੇ ਵਿੱਚ ਇਹ ਵਹਿਮ ਬੜਾ ਹੈ ਕਿ ਕੱਤੇ ਦਾ ਤੇ ਪੋਹ ਦਾ ਮਹੀਨਾ ਜਿਹੜਾ ਇਹਨੂੰ ਬੜਾ ਕਲਹਿਣਾ ਮੰਨਦੇ ਹਨ, ਜਿਨ੍ਹਾਂ ਨੂੰ ਵਹਿਮ ਭਰਮ ਪਏ ਹੋਏ ਹਨ। ਖਾਸ ਕਰਕੇ ਅੱਜ ਦੇ ਸਮੇਂ ਸਾਡੇ ਜਿਹੜੇ ਗੁਰਸਿੱਖ ਕਹਾਉਣ ਵਾਲੇ, ਇਹ ਦੂਜਿਆਂ ਨਾਲੋਂ ਵੀ ਜ਼ਿਆਦਾ ਵਹਿਮਾਂ ਵਿੱਚ ਪੈ ਜਾਂਦੇ ਹਨ ਤੇ ਗੁਨਾਹਗਾਰ ਵੀ ਜ਼ਿਆਦੇ ਹਨ, ਕਿਉਂਕਿ ਗੁਰਸਿੱਖੀ ਨੂੰ ਧਾਰਨ ਕਰਕੇ ਫਿਰ ਉਹ ਅੰਧ ਵਿਸ਼ਵਾਸ ਵਿੱਚ ਫਸ ਜਾਂਦੇ ਹਨ।
ਕਹਿੰਦੇ ਇਹ ਦੋਵੇਂ ਮਹੀਨੇ ਬੜੇ ਮਾੜੇ ਹਨ। ਇਹਨਾਂ ਪੋਹ ਤੇ ਕੱਤੇ ਦੇ ਮਹੀਨੇ ਵਿੱਚ ਜੇ ਕੋਈ ਬੱਚਾ ਜਨਮ ਲੈ ਲਵੇ ਤੇ ਉਹਨੂੰ ਬੜਾ ਮਾੜਾ ਗਿਣਦੇ ਹਨ। ਇਹ ਸਾਡਾ ਵਹਿਮ ਦੂਰ ਕਰਨ ਵਾਸਤੇ, ਲੋਕਾਂ ਨੂੰ ਸ਼ੁਭ ਸਿੱਖਿਆ ਦੇਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਮਹੀਨੇ ਦੇ ਵਿੱਚ 1469 ਈਸਵੀ ਨੂੰ ਕੱਤਕ ਦੀ ਪੁੰਨਿਆ ਨੂੰ ਅਵਤਾਰ ਧਾਰਨਾ ਕੀਤਾ ਹੈ। ਭਾਵੇਂ ਕਿ ਅੱਜ ਦੇ ਸਮੇਂ 'ਚ ਕਈ ਵਿਦਵਾਨਾਂ ਨੇ ਬੜਾ ਭੁਲੇਖਾ ਪਾ ਦਿੱਤਾ, ਅਪ੍ਰੈਲ ਦਾ ਜਿਹੜਾ ਸਤਿਗੁਰਾਂ ਦਾ ਅਵਤਾਰ ਮੰਨਦੇ ਹਨ। ਪੁਰਾਤਨ ਜਿਹੜੇ ਗ੍ਰੰਥ ਹਨ ਪ੍ਰਮਾਣ ਤੋਂ ਇਹ ਗੱਲ ਨਹੀਂ ਮੰਨਦੇ। ਉਹਨਾਂ ਦੇ ਅਨੁਸਾਰ ਜੋ ਪੁਰਾਤਨ ਹਵਾਲਾ ਹੈ, ਕੱਤਕ ਦੀ ਪੁੰਨਿਆ ਵਾਲੇ ਜਿਹੜੀ ਰਾਤ ਹੈ ਢਲੀ ਹੋਈ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਕਿਉਂਕਿ ਜਦੋਂ ਦੁਨੀਆ 'ਤੇ ਜ਼ੁਲਮ ਜਿਹੜਾ ਬਹੁਤ ਜਿਹੜਾ ਵੱਧ ਗਿਆ, ਇਹ ਜਿਹੜੀ ਭਾਰਤ ਦੀ ਧਰਤੀ ਹੈ ਇਹਦਾ ਜਿਹੜਾ ਸੈਂਟਰ ਹੈ, ਜੋ ਮੇਨ ਇਹਦਾ ਵਿਚਕਾਰਲਾ ਹਿੱਸਾ ਹੈ ਦੇਸ਼ ਦਾ, ਸੈਂਟਰ ਜਿਹੜਾ ਹੈ ਰਾਏ ਭੋਏ ਦੀ ਤਲਵੰਡੀ ਬਣਦਾ ਹੈ। ਇੰਨਾ ਹੀ ਭਾਰਤ ਉੱਧਰ ਹੈ ਅਤੇ ਇੰਨਾ ਹੀ ਦੂਜੇ ਪਾਸੇ ਹੈ। ਪੁਰਾਣਾ ਜਿਹੜਾ ਏਰੀਆ ਹੈ ਭਾਰਤ ਦੇਸ਼ ਦਾ ਬਹੁਤ ਵੱਡਾ ਮੰਨਿਆ ਗਿਆ। 9 ਖੰਡਾਂ ਦੇ ਵਿੱਚੋਂ ਭਾਰਤ ਖੰਡ ਦੀ ਧਰਤੀ ਬਹੁਤ ਵੱਡੀ ਹੈ ਅਤੇ ਉਹ ਧਰਮ ਨੂੰ ਕਾਇਮ ਰੱਖਣ ਵਾਸਤੇ ਸਤਿਗੁਰਾਂ ਨੇ ਉੱਥੇ ਅਵਤਾਰ ਧਾਰਨ ਕਰਕੇ ਅਤੇ ਆਪਣੇ 2 ਸਾਥੀ ਨਾਲ ਲੈ ਕੇ, ਇੱਕ ਭਾਈ ਬਾਲਾ ਸੰਧੂ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਐਸਾ ਪ੍ਰਚਾਰ ਕੀਤਾ, ਸਭ ਨੂੰ ਸਾਂਝੀ ਸਿੱਖਿਆ ਦੇ ਕੇ ਤਾਰਨਾ ਕੀਤਾ, ਜੋ ਉਹਨਾਂ ਦੇ ਬਚਨਾਂ ਨੂੰ ਮੰਨ ਗਏ। ਸੋ ਇਸ ਕਰਕੇ ਇੱਕ ਕਾਰਨ ਹੋਰ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਵਹਿਮ ਹੁੰਦਾ ਹੈ ਕਿ ਪੁੰਨਿਆ ਦੇ ਸਮੇਂ 'ਤੇ ਲੜਕੀ ਜਨਮ ਲੈਂਦੀ ਹੈ, ਲੜਕਾ ਜਨਮ ਨਹੀਂ ਲੈਂਦਾ। ਸਤਿਗੁਰਾਂ ਕਿਹਾ ਭਾਈ ਇਹ ਪਰਮੇਸ਼ਰ ਦਾ ਹੁਕਮ ਹੈ, ਕਿਉਂਕਿ ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਦੋਂ ਪਰਮੇਸ਼ਰ ਹੁਕਮ ਕਰਦਾ ਹੈ, ਜੀਵ ਸੰਸਾਰ 'ਤੇ ਆਉਂਦਾ ਹੈ, ਹੁਕਮ ਨਾਲ ਚੱਲਿਆ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਪੁੰਨਿਆ 'ਤੇ ਆ ਕੇ ਇਹ ਅਵਤਾਰ ਧਾਰਨਾ ਕੀਤਾ ਕਿ ਇਹ ਵੀ ਵਹਿਮ ਲੋਕਾਂ ਦਾ ਨਿਕਲ ਜਾਵੇ, ਇਹ ਮਹੀਨਾ ਵੀ ਸਫਲ ਹੋ ਜਾਵੇ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਪੋਹ ਸੁਦੀ 7ਵੀਂ ਨੂੰ, ਭਾਵ ਪੋਹ ਦੀ ਜਿਹੜੀ ਮੱਸਿਆ ਆਉਂਦੀ ਹੈ ਉਹਦੀ 7ਵੀਂ ਥਿੱਤ ਵਾਲੇ ਦਿਨ ਅਵਤਾਰ ਧਾਰਨਾ ਕੀਤਾ ਅਤੇ ਪਟਨੇ ਦੀ ਧਰਤੀ ਨੂੰ ਪਵਿੱਤਰ ਕਰਨਾ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੋਈ ਮਾੜਾ ਸਮਾਂ ਨਹੀਂ ਭਾਈ, ਆਪਣੇ ਕਰਮ ਕੀਤੇ ਹੋਏ ਉਹਦਾ ਫਲ ਮਿਲਦਾ ਹੈ। ਸੋ ਆਓ ਜੋ ਗੁਰੂ ਨਾਨਕ ਪਾਤਸ਼ਾਹ ਜੀ ਇਸ ਮਹੀਨੇ ਦੇ ਵਿੱਚ ਤੁਖਾਰੀ ਰਾਗ ਦੇ ਵਿੱਚ ਕਿਰਪਾ ਕਰ ਰਹੇ ਹਨ, ਇਸ ਦੇ ਨਾਲ ਜੁੜਨਾ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਤਕ ਕਿਰਤ ਪਿਆ ਜੋ ਪ੍ਰਭ ਪਾਇਆ। ਹੁਣ ਇਸ ਕੱਤਕ ਦੇ ਮਹੀਨੇ ਵਿੱਚ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਉਪਦੇਸ਼ ਕਰਨਾ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਚੰਗੇ ਕਰਮਾਂ ਦੇ ਕੱਤਣ ਵਾਲਾ ਉਹ ਤੁਰਿਆ ਹੈ, ਚੰਗੇ ਗੁਣ ਉਹਨੇ ਧਾਰਨਾ ਕੀਤੇ ਹਨ, ਚੰਗੇ ਗੁਣਾਂ ਦਾ ਭੰਡਾਰਾ ਉਹਨੇ ਇਕੱਠਾ ਕੀਤਾ ਹੈ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗ ਗਿਆ। ਕਿਉਂਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਜੇ ਉਹਦੀ ਨਿਗਾਹ ਤੋਂ ਬਾਹਰ ਹੈ ਤੇ ਇਹਦਾ ਕੋਈ ਕੰਮ ਲੇਖੇ ਵਿੱਚ ਨਹੀਂ, ਤੇ ਜੇ ਉਹਨੂੰ ਮਨਜ਼ੂਰ ਹੈ ਤੇ ਜੋ ਕਰਦਾ ਹੈ ਮਰਜ਼ਾਦਾ ਅਨੁਸਾਰ, ਗੁਰੂ ਦੀ ਦੱਸੀ ਆਗਿਆ ਅਨੁਸਾਰ ਉਹ ਲੇਖੇ ਵਿੱਚ ਆ ਜਾਂਦਾ ਹੈ। ਆਮ ਸੰਗਤਾਂ ਜਾਣਦੀਆਂ ਹੋ ਕਿ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਉੱਚਾ ਅਤੇ ਸੁੱਚਾ ਮੰਨਿਆ ਜਾਂਦਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੇ ਹੁਣ ਗੁਰਬਾਣੀ ਕਹਿੰਦੀ ਉਹ ਨਾਮ ਜਪਿਆ ਵੀ ਤਾਂ ਹੀ ਲੇਖੇ ਵਿੱਚ ਹੈ ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੂਰੀ ਮਰਜ਼ਾਦਾ ਅਨੁਸਾਰ ਜਪਿਆ ਜਾਵੇ, ਉਹ ਫਿਰ ਲੇਖੇ ਵਿੱਚ ਹੁੰਦਾ ਹੈ, ਗੁਰੂ ਦੀ ਮੋਹਰ ਲੱਗ ਜਾਂਦੀ ਹੈ, ਇਹਨੇ ਇਹ ਕਰਮ ਜਿਹੜਾ ਸ਼ੁਭ ਕੀਤਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੇ ਵਾਹਿਗੁਰੂ ਅਕਾਲ ਪੁਰਖ, ਜਿਹੜੇ ਤੈਨੂੰ ਚੰਗੇ ਲੱਗੇ ਹਨ ਉਹ ਚੰਗੇ ਕੰਮਾਂ ਦੇ ਵਿੱਚ ਤੁਰੇ ਹਨ। ਕੱਤਕ ਕਿਰਤ ਪਿਆ, ਚੰਗੇ ਕੰਮਾਂ ਨੂੰ ਕੱਤਣ ਵਾਸਤੇ, ਚੰਗੇ ਕੰਮਾਂ ਨੂੰ ਕਰਨ ਵਾਸਤੇ ਤੁਰੇ ਹਨ, ਅਤੇ ਉਹਨੂੰ ਉਹ ਚੰਗੇ ਲੱਗਦੇ ਹਨ ਜਿਹੜੇ ਉਹਦੇ ਕੀਤੇ ਨੂੰ ਚੰਗਾ ਕਹਿੰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਖਸਮੇ ਸੋਈ ਭਾਵਦਾ, ਖਸਮੇ ਦਾ ਭਾਣਾ ਜਿਸ ਭਾਵੈ। ਪਰਮੇਸ਼ਰ ਨੂੰ ਉਹੀ ਚੰਗਾ ਲੱਗਦਾ ਜਿਹੜਾ ਉਹਦੇ ਕੀਤੇ ਨੂੰ ਚੰਗਾ ਕਹਿੰਦਾ ਹੈ। ਜਿਹੜਾ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਦਾ ਹੈ ਤੇ ਉਹ ਬੱਚਾ ਮਾਤਾ ਪਿਤਾ ਨੂੰ ਵੀ ਦੂਜੇ ਬੱਚਿਆਂ ਨੂੰ ਪਿਆਰਾ ਲੱਗਦਾ ਹੈ ਤੇ ਸਾਰੇ ਬੱਚੇ ਹੋਰ ਵੀ ਹੁੰਦੇ ਹਨ ਉਹਦੇ ਕਈ, ਪਰ ਜਿਹੜਾ ਆਗਿਆਕਾਰੀ ਪੁੱਤਰ ਹੁੰਦਾ ਹੈ ਉਹਦੇ ਨਾਲ ਮੋਹ ਵੱਧ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਜਿਹੜਾ ਹੈ ਉਹ ਵੀ ਆਪਣੇ
ਆਗਿਆਕਾਰੀ ਭਗਤਾਂ ਦਾ ਪੱਖ ਕਰਦਾ ਹੈ। ਦੀਪਕ ਸਹਿਜ ਬਰੇ ਤਤ ਜਲਾਇਆ। ਹੁਣ ਸਤਿਗੁਰੂ ਜੀ ਕਹਿੰਦੇ ਤੇ ਦੀਵਾ ਜਗਾਉਣ ਦੀ ਇੱਕ ਗੱਲ ਚੱਲਦੀ ਹੈ, ਜਿਵੇਂ ਹੁਣ ਦੀਵਾਲੀ ਆਉਣ ਵਾਲੀ ਹੈ ਤੇ ਉਹਨਾਂ ਲੋਕਾਂ ਦੇ ਸਾਨੂੰ ਇਤਰਾਜ਼ ਹੁੰਦਾ ਹੈ ਜਿਹੜੇ ਅੰਮ੍ਰਿਤਧਾਰੀ ਹੋ ਕੇ ਤੇ ਗਲ ਕਿਰਪਾਨਾਂ ਪਾ ਕੇ ਤੇ ਹੋਰ ਜਗ੍ਹਾ ਤੇ ਜਾ ਕੇ ਦੀਵੇ ਜਗਾਉਂਦੇ ਹਨ। ਦੀਵਾਲੀ ਵਾਲੇ ਦਿਨ ਵੇਖਿਆ ਜਾਂਦਾ ਕਿੰਨੇ ਕੁ ਲੋਕ ਇਸ ਗੱਲ ਨੂੰ ਯਾਦ ਰੱਖਦੇ, ਕਿੰਨੇ ਕੁ ਵੇਖੋ ਵੇਖੀ ਪੁੱਠੇ ਪਾਸੇ ਤੁਰਦੇ ਹਨ। ਤੇ ਇੱਕ ਰਿਵਾਜ ਹੈ ਕਿ ਪਾਣੀ ਦੇ ਵਿੱਚ ਜਾ ਕੇ ਦੀਵੇ ਤਾਰਨੇ। ਉਹਨਾਂ ਦੇ ਮਨ ਵਿੱਚ ਵਹਿਮ ਹੈ ਕਿ ਸਾਡੇ ਵੱਡਿਆਂ ਤੱਕ ਦੀਵੇ ਪਹੁੰਚ ਜਾਣਗੇ। ਹੁਣ ਇੱਕ ਦਿਨ ਤੇ ਕਿਸੇ ਨੂੰ ਦੀਵਾ ਜਗਾ ਕੇ ਚਾਨਣ ਕਰੋਗੇ ਤੇ ਬਾਕੀ 364 ਦਿਨ ਜਿਹੜੇ ਹਨ ਉਹਨਾਂ ਦਾ ਹਨੇਰਾ ਉਸ ਦਿਨ ਕੌਣ ਦੂਰ ਕਰੇਗਾ। ਫਿਰ ਕੁਝ ਜਿਹੜੇ ਸਾਡੇ ਵੱਡੇ ਵਡੇਰਿਆਂ ਦਾ ਸਾਨੂੰ ਪਤਾ, ਬਾਕੀ ਪਤਾ ਨਹੀਂ ਦੁਨੀਆ ਤੇ ਕਿੰਨੇ ਹੋ ਗਏ, ਉਹਨਾਂ ਨੂੰ ਚਾਨਣ ਕੌਣ ਕਰੇਗਾ। ਇਹ ਦੀਵਾ ਬਾਲਣਾ ਕੋਈ ਠੀਕ ਗੁਰਮਤਿ ਅਨੁਸਾਰ ਨਹੀਂ, ਇਹਨੂੰ ਕਰਮ ਕਾਂਡ ਕਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਝੀ ਪਾਏ। ਦੀਵਾ ਹੈ ਗਿਆਨ ਦਾ ਬਾਲਣਾ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਜੀ ਦੇ ਅੰਦਰ ਗਿਆਨ ਹੈ, ਜਿਹਨੂੰ ਗਿਆਨ ਪ੍ਰਾਪਤ ਹੋ ਗਿਆ, ਗਿਆਨ ਤੋਂ ਉਹਨੇ ਸੱਚ ਤੇ ਝੂਠ ਦਾ ਜਿਹੜਾ ਨਿਰਣਾ ਕਰਕੇ ਵੇਖ ਲਿਆ, ਸੱਚ ਕੀ ਹੈ ਤੇ ਅਸਲ ਜਿਹੜਾ ਸੱਚਾਈ ਦਾ ਪੱਖ ਕੀ ਹੈ ਤੇ ਨਕਲ ਝੂਠ ਕੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਗਿਆਨ ਦਾ ਦੀਵਾ ਬਾਲ ਕੇ ਤੇ ਤੱਤ ਦਾ ਤੇਲ ਪਾਇਆ ਹੈ ਤੇ ਰਸ ਦਾ ਜਿਹੜਾ ਹੈ ਉਹਨਾਂ ਜਿਹੜਾ ਆਨੰਦ ਮਾਣਨਾ ਕੀਤਾ ਹੈ। ਤੇ ਸਹਿਜ ਕਹਿੰਦੇ ਗਿਆਨ ਸ਼ਾਂਤੀ ਵਿਵੇਕ ਜਿਹੜਾ ਇਹਦੇ ਅਰਥ ਬਣਦੇ ਹਨ। ਐਸੇ ਸ਼ਾਂਤੀ ਗਿਆਨ ਦੇ ਨਾਲ ਵਿਵੇਕ ਦੀ ਮੱਤ ਦੇ ਨਾਲ ਉਹਨਾਂ ਨੇ ਉਹਦਾ ਪ੍ਰਕਾਸ਼ ਕੀਤਾ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਕੋਲ ਗਵਾਹ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਜੋਤ ਅੰਦਰ ਜਗਦੀ ਹੈ ਤਾਂ ਉਹ ਪ੍ਰਕਾਸ਼ ਹੁੰਦਾ ਹੈ। ਅੱਜ ਦੇ ਸਮੇਂ 'ਚ ਕਹਿੰਦੇ ਜੀ ਅਖੰਡ ਪਾਠ ਸਾਹਿਬ ਦੇ ਵਿੱਚ ਸਮੱਗਰੀ ਦੀ ਲੋੜ ਨਹੀਂ, ਇਹ ਐਵੇਂ ਬਾਹਮਣਵਾਦ ਹੈ। ਗੁਰੂ ਪਿਆਰੀ ਸਾਧ ਸੰਗਤ ਮਾਫ ਕਰਨਾ, ਭਾਵੇਂ ਗੁਰਬਾਣੀ ਦਾ ਪਾਠ ਹੈ ਪਰ ਪਾਠ ਕਰਨਾ ਜਿਹੜੀ ਵਿਧੀ ਹੈ ਤੇ ਪੁਰਾਣੇ ਸਮੇਂ ਤੋਂ ਫਿਰ ਬਾਹਮਣਵਾਦ ਕਿਹਾ ਜਾਵੇਗਾ। ਇਸ ਕਰਕੇ ਜਿਹੜੀ ਮਰਜ਼ਾਦਾ ਹੈ ਪੁਰਾਤਨ ਸਮੇਂ ਤੋਂ ਬਣੀ ਹੋਈ ਇੱਕ ਇੱਕ ਗੱਲ ਦਾ ਹਵਾਲਾ ਮਿਲਦਾ ਹੈ, ਜਿਹਦੇ ਵਿੱਚ ਨਾਰੀਅਲ ਕੁੰਭ ਤੇ ਇਸੇ ਪ੍ਰਕਾਰ ਧੂਪ ਵਗੈਰਾ ਜੋ ਇਹ ਸਾਰੀ ਸਮੱਗਰੀ ਤਿਆਰ ਕੀਤੀ ਜਾਂਦੀ ਹੈ, ਇੱਕ ਇੱਕ ਗੱਲ ਦਾ ਹਵਾਲਾ ਮਿਲਦਾ ਹੈ। ਸਤਿਗੁਰਾਂ ਨੇ ਸਾਨੂੰ ਬਹੁਤ ਰਹਿਤ ਕਰਕੇ ਇਹ ਸੌਖਾ ਢੰਗ ਦੱਸਿਆ ਕਿ ਕੋਈ ਵੀ ਇਹ ਤਰੀਕਾ ਵਰਤ ਸਕੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕੋਈ ਜੋ ਨਾਮ ਜਪਦਾ ਸੀ, ਭਜਨ ਕਰਦਾ ਸੀ, ਹਵਨ ਕਰਾਉਂਦਾ ਸੀ, ਜਾਪ ਕਰਾਉਂਦਾ ਸੀ ਤੇ ਉੱਥੇ ਕੋਈ ਸਰੋਵਰ, ਕੋਈ ਦਰਿਆ, ਕੋਈ ਨਦੀ ਦੇ ਕਿਨਾਰੇ ਜਾ ਕੇ ਉਹ ਕੰਮ ਕਰਨਾ ਪੈਂਦਾ ਸੀ, ਪਾਣੀ ਦਾ ਸਹਾਰਾ ਲੈਣਾ ਪੈਂਦਾ ਸੀ। ਤੇ ਸਤਿਗੁਰਾਂ ਨੇ ਕਿਹਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਤੇ ਯਾਦ ਰੱਖੋ ਜਦੋਂ ਕਿਸੇ ਦੀ ਮੱਝ ਗਾਂ ਨਹੀਂ ਮਿਲਦੀ, ਉਹ ਕਹਿੰਦੇ ਸਾਡੇ ਇਹ ਜਲ ਕਰ ਦਿਓ ਮੱਝ ਗਾਂ ਮਿਲ ਪਵੇ। ਤੇ ਜੇ ਉਹਦੇ ਉੱਤੇ ਪਾਣੀ ਦਾ ਬਾਣੀ ਦਾ ਅਸਰ ਹੋ ਸਕਦਾ ਹੈ, ਉਹ ਬਾਣੀ ਪਵਿੱਤਰ ਕਰ ਦਿੰਦੀ ਹੈ ਜਲ ਨੂੰ। ਇਸੇ ਤਰ੍ਹਾਂ ਅੰਮ੍ਰਿਤ ਛਕਣ ਵੇਲੇ ਵੀ ਪਾਣੀ ਤੋਂ ਅੰਮ੍ਰਿਤ ਬਣਦਾ ਹੈ ਜਦੋਂ ਉਹਦੇ ਤੇ ਪੂਰਨ ਰਹਿਤਵਾਨ ਗੁਰਸਿੱਖਾਂ ਦੀ ਦ੍ਰਿਸ਼ਟੀ ਪੈ ਜਾਂਦੀ ਹੈ। ਇਸ ਪ੍ਰਕਾਰ ਸਾਰੀ ਸਮੱਗਰੀ ਜਿਹੜੀ ਦੱਸੀ ਹੈ। ਸੋ ਕਹਿਣ ਦਾ ਭਾਵ ਸਤਿਗੁਰੂ ਜੀ ਕਹਿੰਦੇ ਗਿਆਨ ਦਾ ਦੀਵਾ ਜਿਹਦੇ ਅੰਦਰ ਬਲਿਆ ਹੈ ਉਹਦਾ ਦੀਵਾ ਤਰਾਉਣਾ ਪਾਣੀ ਵਿੱਚ ਠੀਕ ਹੈ, ਕਿਉਂਕਿ ਸਿੱਖ ਸੰਗਤਾਂ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਲੋਕੀ ਦੀਵੇ ਤਾਰਨ ਜਾਂਦੇ ਪਾਣੀ ਵਿੱਚ ਦੀਵਾਲੀ ਦੇ ਮਹੀਨੇ, ਕੱਤਕ ਦੇ ਮਹੀਨੇ ਦੀਵਾਲੀ ਵਾਲੇ ਦਿਨ, ਕੀ ਇਹ ਦੀਵੇ ਸਾਨੂੰ ਵੀ ਪਾਣੀ ਵਿੱਚ ਤਾਰਨੇ ਚਾਹੀਦੇ ਹਨ? ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਗੁਰਸਿੱਖ ਨੂੰ ਗਿਆਨ ਦਾ ਦੀਵਾ ਜਗਾਉਣਾ ਜ਼ਰੂਰੀ ਹੈ। ਇਸ ਪ੍ਰਕਾਰ ਇਹ ਗਿਆਨ ਐਸਾ ਹੋ ਜਾਵੇ ਕਿ ਇਹਦੇ ਨਾਲ ਬ੍ਰਹਮ ਦੀ ਪ੍ਰਾਪਤੀ ਹੋ ਜਾਵੇ, ਉਹਨੂੰ ਬ੍ਰਹਮ ਗਿਆਨੀ ਕਿਹਾ ਜਾਵੇਗਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਤੱਤ ਲੱਭ ਲਿਆ ਉਹ ਕਦੇ ਵੀ ਝੂਠ ਵੱਲੇ ਨਹੀਂ ਤੁਰਦੇ, ਸੱਚ ਨੂੰ ਕਦੇ ਛੱਡਦੇ ਨਹੀਂ ਹਨ। ਦੀਪਕ ਰਸ ਤੋਲੋ ਧਨ ਪਿਰ ਮਿਲੋ ਧਨ ਵਾਹੇ ਸਰਸੇ। ਹੁਣ ਸਤਿਗੁਰੂ ਜੀ ਕਹਿੰਦੇ ਭਾਈ ਉਹ ਦੀਪਕ ਦੇ ਵਿੱਚ ਉਹ ਜਿਹੜਾ ਰਸ ਹੈ, ਤੇਲ ਹੈ, ਉਹ ਜਿਹੜਾ ਤੱਤ ਦਾ ਪਾਇਆ ਹੈ, ਹਰ ਚੀਜ਼ ਦਾ ਤੱਤ ਕੱਢਣਾ, ਉਹਦਾ ਸਿਧਾਂਤ ਵੇਖਣਾ ਦਾ ਮਤਲਬ ਕੀ ਹੈ।
ਜੇ ਕਿਸੇ ਚੀਜ਼ ਦਾ ਭਾਵ ਅਰਥ ਕੋਈ ਨਹੀਂ ਨਿਕਲਦਾ, ਉਹਦੇ ਕਰਨ ਦਾ ਕੀ ਭਾਵ ਹੋਵੇਗਾ। ਇਸ ਕਰਕੇ ਸਤਿਗੁਰਾਂ ਜੋ ਕਿਹਾ ਹੈ ਕਿਸੇ ਅਰਥ ਵਾਸਤੇ ਕਿਹਾ, ਵਿਅਰਥ ਨਹੀਂ ਕਿਹਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਐਸਾ ਗਿਆਨ ਦਾ ਦੀਵਾ ਜਗਾਓ ਤੇ ਤਤ ਦਾ ਤੇਲ ਪਾ ਕੇ ਤੇ ਫਿਰ ਚਾਨਣ ਕਰਕੇ ਤੇ ਉਹ ਪਰਮੇਸ਼ਰ ਦੇ ਰਸਤੇ ਤੁਰਨਾ ਕਰੋ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ। ਤੇ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਏਤ ਰਾਏ ਪਤ ਪਵੜੀਆਂ, ਚੜੀਏ ਹੋਏ ਇੱਕ ਈਸ। ਇੱਕ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ ਇਸ ਵਿਧੀ ਦੇ ਨਾਲ। ਅਵਗਣ ਮਾਰੀ ਮਰੇ ਨਾ ਸੀਜੈ, ਗੁਣ ਮਾਰੀ ਤਾਂ ਮਰਸੀ। ਜਦੋਂ ਇਹ ਗੁਣ ਧਾਰਨ ਕਰ ਲਏ ਤੇ ਸਤਿਗੁਰੂ ਜੀ ਕਹਿੰਦੇ ਉਹ ਜਿਹੜੀ ਧਨ ਇਸਤਰੀ ਹੈ, ਜੀਵ ਇਸਤਰੀ ਹੈ, ਬੜੀ ਆਨੰਦ ਸਹਿਤ ਹੁੰਦੀ ਹੈ, ਉਹਨੂੰ ਆਨੰਦ ਪ੍ਰਾਪਤ ਹੋ ਜਾਂਦਾ, ਦੁੱਖ ਦੂਰ ਹੋ ਜਾਂਦੇ ਹਨ। ਤੇ ਹੁਣ ਸਤਿਗੁਰੂ ਜੀ ਕਹਿੰਦੇ ਸਾਰੇ ਕਿਉਂ ਨਹੀਂ ਕੰਮ ਕਰ ਸਕਦੇ, ਕਿਉਂਕਿ ਔਗਣਾਂ ਨੇ ਇਹਨੂੰ ਮਾਰਿਆ ਹੋਇਆ ਹੈ। ਔਗਣਾਂ ਦੀ ਮਾਰੀ ਹੋਈ ਚੰਗੇ ਪਾਸੇ ਇਹ ਜੀਵ ਇਸਤਰੀ ਜਿਹੜੀ ਹੈ ਚੰਗੇ ਪਾਸੇ ਲੱਗ ਨਹੀਂ ਸਕਦੀ। ਜਦੋਂ ਸ਼ੁਭ ਗੁਣ ਧਾਰਨ ਕਰੇਗੀ ਤੇ ਔਗਣਾਂ ਨੂੰ ਮਾਰੇਗੀ ਤਾਂ ਇਹਦੀ ਮੁਕਤੀ ਹੋਵੇਗੀ। ਜਿੰਨਾ ਚਿਰ ਔਗਣ ਜਾਂਦੇ ਨਹੀਂ ਇਹਦੀ ਮੁਕਤੀ ਨਹੀਂ ਹੋ ਸਕਦੀ। ਇਹ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸ਼ੁਭ ਗੁਣ ਜਿਹੜੇ ਹਨ ਗੁਰੂ ਦੀ ਕਿਰਪਾ ਦੇ ਨਾਲ ਪੈਦਾ ਹੁੰਦੇ ਹਨ ਤੇ ਜਿਹਨੂੰ ਉਹਨੇ ਖੁਆਰ ਕਰਨਾ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹਦੇ ਚੰਗੇ ਗੁਣ ਖੋਹ ਲੈਂਦੇ ਹਨ। ਆਮ ਵੇਖਿਆ ਜਾਵੇ ਇਨਸਾਨ ਉਹੀ ਹੁੰਦਾ ਹੈ ਜਦੋਂ ਮਾੜੇ ਕਰਮ ਕਰਨ ਲੱਗ ਪੈਂਦਾ ਹੈ, ਮਾੜੇ ਗੁਣ ਉਹਦੇ ਵਿੱਚ ਆ ਜਾਣ, ਔਗਣ ਆ ਜਾਣ ਤਾਂ ਲੋਕ ਕਹਿੰਦੇ ਬੜਾ ਮਾੜਾ ਹੋ ਗਿਆ ਹੈ। ਤੇ ਜੇ ਚੰਗੇ ਗੁਣ ਧਾਰਨ ਕਰ ਲਵੇ ਤੇ ਉਸੇ ਨੂੰ ਚੰਗਾ ਕਹਿਣ ਲੱਗ ਪੈਂਦੇ, ਇਨਸਾਨ ਉਹੀ ਹੈ। ਪਰ ਜਿਹੋ ਜਿਹੇ ਗੁਣ ਹਨ ਉਹੋ ਜਿਹਾ ਉਹਦਾ ਪ੍ਰਭਾਵ ਪੈ ਜਾਂਦਾ ਹੈ ਤੇ ਗੁਣਾਂ ਦੀ ਪੂਜਾ ਹੁੰਦੀ ਹੈ। ਚੰਗੇ ਗੁਣਵਾਨ ਦਾ ਸਦਾ ਸਤਿਕਾਰ ਹੈ, ਉਹਦੀ ਕੋਈ ਜਾਤ, ਉਹਦਾ ਰੰਗ, ਉਹਦਾ ਕੋਈ ਕੱਦ ਨਹੀਂ ਪੁੱਛਦਾ ਕੀ ਹੈ, ਉਹਦੇ ਗੁਣਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਨਾਮ ਭਗਤ ਦੇ ਨਿਜ ਕਰ ਬੈਠੇ, ਅਜੋਤ ਨਾੜੀ ਆਸਾ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਹੇ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਜੀਓ, ਜਿਹੜੇ ਤੇਰੇ ਭਗਤ ਹਨ ਤੇ ਭਗਤ ਦਾ ਅਰਥ ਹੈ ਤਿੰਨ ਅੱਖਰ ਲੱਗਦੇ ਹਨ, ਭੱਬੇ ਤੋਂ ਭਗਤੀ, ਗੱਗੇ ਤੋਂ ਗਿਆਨ, ਤੱਤੇ ਤੋਂ ਤਿਆਗ। ਭਗਤੀ, ਗਿਆਨ ਤੇ ਤਿਆਗ ਜਿਨ੍ਹਾਂ ਦੇ ਵਿੱਚ ਹੈ, ਕੋਲ ਕੁਝ ਹੁੰਦਿਆਂ ਨੂੰ ਵੰਡ ਕੇ ਛਕਣ ਵਾਲੇ, ਆਪਣੇ ਆਪ ਨੂੰ ਜਣਾਉਣ ਵਾਲੇ ਨਾ ਹੋਣ ਤੇ ਸਭ ਦੇ ਪਿਆਰੇ, ਸਭ ਦਾ ਭਲਾ ਚਾਹੁਣ ਵਾਲੇ, ਉਹਨਾਂ ਨੂੰ ਭਗਤ ਕਿਹਾ ਜਾਂਦਾ। ਤਾਕਤ ਹੁੰਦਿਆਂ ਨਜਾਇਜ਼ ਕਿਸੇ 'ਤੇ ਤਾਕਤ ਨਾ ਵਰਤਣੀ, ਕਿਸੇ ਨੂੰ ਜਿਹੜਾ ਦੁਖੀ ਨਾ ਕਰਨਾ। ਤੇ ਸਤਿਗੁਰੂ ਜੀ ਕਹਿੰਦੇ ਐਸੇ ਤੇਰੇ ਭਗਤ ਹੇ ਪਰਮੇਸ਼ਰ ਜਿਹੜੇ ਹਨ, ਉਹਨਾਂ ਵੱਲੇ ਵੇਖ ਕੇ ਸਾਡੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ। ਜਿਨ੍ਹਾਂ 'ਚ ਵਿਸ਼ਵਾਸ ਹਨ, ਅਜੇ ਵੀ ਤੇਰੇ ਮਿਲਣ ਵਾਸਤੇ ਸਾਡੇ ਮਨ ਵਿੱਚ ਇੱਛਾ ਲੱਗੀ ਹੋਈ ਹੈ, ਆਸ ਹੈ ਕਿ ਸਵਾਸ ਹੁੰਦਿਆਂ ਤੇਰੇ ਨਾਲ ਮਿਲਾਪ ਹੋ ਜਾਵੇ। ਕਿਉਂਕਿ ਜਿਵੇਂ ਸਿਆਣੇ ਕਹਿੰਦੇ ਜਦੋਂ ਮਰ ਤਰਸਦਾ ਬਵੀਆ ਮਰ ਗਿਆ ਬੂੰਦ ਨੂੰ, ਫੇਰ ਕੀ ਬਣਾਉਣਾ ਪਾਣੀ ਦਾ। ਸਦਨੇ ਭਗਤ ਨੇ ਇਹੀ ਕਿਹਾ ਪਰਮੇਸ਼ਰ ਜੇ ਕਿਰਪਾ ਕਰਨੀ ਹੈ ਤੇ ਹੁਣ ਕਰ, ਮਗਰੋਂ ਕਿਹੜਾ ਕਿਸੇ ਨੇ ਵੇਖਣਾ ਹੈ। ਇਸ ਕਰਕੇ ਜਦੋਂ ਡੁੱਬ ਗਏ ਤੇ ਬੇੜੀ ਮਿਲਣ ਦਾ ਕੀ ਫਾਇਦਾ, ਪਹਿਲਾਂ ਕਿਰਪਾ ਹੋ ਜਾਵੇ। ਇੱਥੇ ਉਹੀ ਅਰਦਾਸ ਬੇਨਤੀ ਕਰਨ ਦਾ ਸਾਨੂੰ ਤਰੀਕਾ ਦੱਸਿਆ ਹੈ। ਹੇ ਪਰਮੇਸ਼ਰ ਸਾਡੇ ਮਨ ਵਿੱਚ ਆਸ ਹੈ, ਸਵਾਸ ਹੁੰਦਿਆਂ ਸਰੀਰ ਦੇ ਵਿੱਚ ਤੇਰੇ ਨਾਲ ਮਿਲ ਸਕੀਏ। ਸੱਚੇ ਸਤਿਗੁਰਾਂ ਦੀ ਸਾਨੂੰ ਸ਼ਰਨ ਪ੍ਰਾਪਤ ਹੋ ਜਾਵੇ, ਕਿਰਪਾ ਕਰ। ਸੱਚੇ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਵੀ ਤੇਰੇ ਨਾਲ ਮਿਲ ਸਕੀਏ। ਜੇ ਤੂੰ ਹੋਰ ਅਨੇਕਾਂ ਨੂੰ ਤਾਰਨਾ ਕੀਤਾ ਹੈ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਵਿਦਵਾਨਾਂ ਦਾ ਕਥਨ ਹੈ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਏ ਜਾਤ। ਹੇ ਵਾਹਿਗੁਰੂ, ਜਿਹੜੇ ਆਕਾਸ਼ ਦੇ ਤਾਰੇ ਇਨਸਾਨ ਗਿਣ ਨਹੀਂ ਸਕਦਾ, ਪਰ ਹੋ ਸਕਦਾ ਤੂੰ ਕਿਸੇ ਨੂੰ ਇੰਨੀ ਮੱਤ ਦਿੱਤੀ ਹੋਵੇ, ਸੋਝੀ ਦਿੱਤੀ ਹੋਵੇ, ਕੋਈ ਗਿਣ ਲਵੇ। ਪਰ ਜਿਹੜੇ ਤੂੰ ਪਾਪੀ ਤਾਰੇ ਹਨ, ਭਗਤ ਤਾਰੇ ਹਨ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਤੂੰ ਬੇਅੰਤ ਹੈ ਤੇ ਤੇਰੇ ਤਾਰੇ ਹੋਏ ਭਗਤ ਵੀ ਬੇਅੰਤ ਹਨ। ਇਸ ਕਰਕੇ ਸਾਡੇ ਤੇ ਕਿਰਪਾ ਕਰਨਾ ਕਰ। ਨਾਨਕ ਮਿਲੋ ਕਪਟ ਗਦਰ ਖੋਲੋ, ਏਕ ਘੜੀ ਖਟ ਮਾਸਾ। ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿ ਹੇ ਵਾਹਿਗੁਰੂ ਕਿਰਪਾ ਕਰੋ। ਤੇ ਅੱਗੋਂ ਇਹ ਫਰਮਾਨ ਹੋਇਆ ਕਿ ਭਾਈ ਤੈਨੂੰ ਜਿਹੜੇ ਅੰਦਰ ਸਖਤ ਤਖਤੇ ਜੜੇ ਹੋਏ ਹਨ,
ਵਜਰ ਕਪਾਟ ਲੱਗੇ ਹੋਏ ਹਨ, ਬੂਹੇ ਬੰਦ ਹਨ, ਉਹ ਜਿੰਨਾ ਚਿਰ ਖੁੱਲ੍ਹਦੇ ਨਹੀਂ ਉਹਨਾਂ ਚਿਰ ਕਿਰਪਾ ਨਹੀਂ ਹੋਣੀ। ਭਾਵੇਂ ਇੱਕ ਘੜੀ ਦੇ ਵਿੱਚ ਮੰਨ ਲੈ ਤੇ ਭਾਵੇਂ 6 ਮਹੀਨੇ ਲੰਘ ਜਾਣ, ਇਹ ਤੇਰੀ ਮਰਜ਼ੀ ਹੈ। ਜੇ ਤੈਨੂੰ ਸੋਝੀ ਹੈ ਤੇ ਜਦੋਂ ਪਤਾ ਲੱਗ ਗਿਆ ਕਿ ਗੁਰੂ ਤੋਂ ਬਿਨਾਂ ਗਤ ਨਹੀਂ ਹੋਣੀ, ਗੁਰੂ ਵਾਲੇ ਬਣਨਾ ਪੈਣਾ ਹੈ, ਤਾਂ ਹੀ ਕਿਰਪਾ ਹੋਵੇਗੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜਿਹੜੇ ਵਜਰ ਕਪਾਟ ਜੜੇ ਜੜ ਜਾਣੇ ਗੁਰ ਸਬਦੀ ਖੋਲਾਏ ਦਾ, ਉਹ ਜਿਹੜੇ ਸਖਤ ਤਖਤੇ ਜੜੇ ਹੋਏ ਹਨ ਵਜਰ ਵਾਂਗੂ ਪੱਥਰ ਵਾਂਗੂ, ਉਹ ਜਿਨ੍ਹਾਂ ਚਿਰ ਖੁੱਲ੍ਹਦੇ ਨਹੀਂ ਸਾਨੂੰ ਕੁਝ ਅੰਦਰ ਨਜ਼ਰ ਨਹੀਂ ਆਉਂਦਾ। ਬਿਨ ਸ਼ਬਦ ਅੰਤਰ ਹਨੇਰਾ, ਨਾ ਵਸਤ ਲੈ ਨਾ ਚੂਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੇ ਨਾਹੀ, ਗੁਰ ਪੂਰੇ ਭਾਗ ਮਿਲਾਵਣਿਆ। ਤੇ ਉਹ ਖੁੱਲ੍ਹਦੇ ਕਦੋਂ ਹਨ? ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ 9 ਬੰਦ ਨਹੀਂ ਹੁੰਦੇ ਉਹਨਾਂ ਚਿਰ ਉਹ 10ਵਾਂ ਦਵਾਰ ਖੁੱਲ੍ਹੇਗਾ ਨਹੀਂ, ਉਹਦੇ ਤਖਤੇ ਖੁੱਲ੍ਹਣੇ ਨਹੀਂ, ਇਹ ਸ਼ਰਤ ਹੈ। ਉਹ 9 ਦਰਵਾਜ਼ੇ ਕਿਹੜੇ ਹਨ? ਹੋਰ ਬਾਹਰ ਦਾ ਵੇਖਣਾ, ਬਾਹਰ ਵੱਲੇ ਨਿਗਾਹ ਰੱਖਣੀ, ਬਾਹਰ ਦੀਆਂ ਗੱਲਾਂ ਚੁਗਲੀ ਨਿੰਦਿਆ ਮਾੜੇ ਬਚਨ ਸੁਣਨੇ, ਜ਼ੁਬਾਨ ਦੇ ਨਾਲ ਮਾੜਾ ਰਸ ਜਿਹੜਾ ਹੈ ਉਹ ਰਸ ਦਾ ਖਿਆਲ ਰੱਖਣਾ, ਰਸ ਵਿੱਚ ਧਿਆਨ ਰਹਿਣਾ, ਰਸਾ ਕਸਾਂ ਦੇ ਇੱਛਾਵਾਨ ਰਹਿਣਾ, ਪਰਾਇਆਂ ਦਾ ਸੰਗ ਕਰਨਾ। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ 9 ਰਸ ਹਨ, ਜਿੰਨਾ ਚਿਰ ਤੇਰਾ ਇੱਧਰੋਂ ਧਿਆਨ ਬੰਦ ਨਹੀਂ ਹੋਵੇਗਾ ਉਹਨਾਂ ਚਿਰ ਕਦੇ ਵਾਸਤੇ ਵੀ ਭਾਵੇਂ ਕੋਈ ਕੁਝ ਕਹਿੰਦਾ ਰਹੇ ਮੇਰੇ 'ਤੇ ਕਿਰਪਾ ਹੋ ਗਈ, ਕਿਰਪਾ ਨਹੀਂ ਹੋਈ, ਕਿਉਂਕਿ ਅਜੇ ਉਹ ਥੱਲੇ ਹੀ ਫਿਰਦਾ ਹੈ, ਨਵਾਂ ਦਰਾਂ ਦੇ ਵਿੱਚ ਹੀ ਹੈ। ਅਤੇ ਨਵਾਂ ਦਰਾਂ ਦੇ ਵਿੱਚ ਬੜੇ ਬੜੇ ਦੇਵੀ ਦੇਵਤੇ ਪੀਰ ਪਕੰਬਰ ਘੁੰਮ ਰਹੇ ਹਨ, ਉਹਨਾਂ ਨੂੰ ਮੁੜ ਕੇ ਮਾਨਸ ਜਨਮ ਮਿਲਦਾ ਨਹੀਂ ਅਤੇ ਮੁਕਤੀ ਦਾ ਦੁਆਰਾ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਮਾਨਸ ਜਨਮ ਦਲੰਭ ਹੈ, ਹੋਏ ਨਾ ਬਾਰੰਬਾਰ, ਜੋ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਜਿਵੇਂ ਫਲ ਦਾ ਜਿਹੜਾ ਹੈ ਟਾਹਣੀ ਨਾਲੋਂ ਟੁੱਟ ਜਾਵੇ, ਮੁੜ ਕੇ ਕੋਈ ਜੋੜ ਨਹੀਂ ਸਕਦਾ, ਇਸੇ ਤਰ੍ਹਾਂ ਤੇਰਾ ਮਾਨਸ ਜਨਮ ਤੈਨੂੰ ਪ੍ਰਾਪਤ ਹੋਇਆ ਹੈ ਜਿਹੜਾ, ਇਹ ਤਾਂ ਹੀ ਸਫਲਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਣਾ ਕਰ। ਅਤੇ ਗੁਰੂ ਐਸਾ ਪਰਉਪਕਾਰੀ ਹੈ ਜਿਹੜਾ ਸਾਰੀ ਉਮਰ ਜਿਹੜਾ ਕੈਦ ਵਿੱਚੋਂ ਨਹੀਂ ਨਿਕਲ ਸਕਦਾ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਅਤੇ ਸਤਿਗੁਰੂ ਜੀ ਕਹਿੰਦੇ ਉਹ ਬੰਦੀ ਮੋਚ, ਕਹਿੰਦੇ ਬੰਦੀ ਛਡਾਉਣ ਵਾਲਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਅਵਤਾਰ ਜਿਹੜਾ ਧਾਰਨ ਕੀਤਾ, ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੀ ਜੇਲ੍ਹ ਵਿੱਚੋਂ ਕੈਦੀਆਂ ਨੂੰ ਮੁਕਤ ਕਰਾਉਣਾ ਕੀਤਾ, ਬੰਦੀ ਛੋੜ ਕਹਾਉਣਾ ਕੀਤਾ। 6ਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਛਡਾਉਣਾ ਕੀਤਾ। 10ਵੇਂ ਪਾਤਸ਼ਾਹ ਜੀ ਨੇ ਉਮਰ ਕੈਦੀ ਜਿਹੜੇ ਸਨ ਬਹਾਦਰ ਸ਼ਾਹ ਨੂੰ ਫਤਿਹ ਦਵਾ ਕੇ ਜੰਗ ਦੇ ਵਿੱਚੋਂ ਉਹਨੂੰ ਰਾਜ ਤਖਤ ਦਵਾ ਕੇ ਅਤੇ ਉਹਨੂੰ ਕਹਿ ਕੇ ਜਿਹੜੇ ਕੈਦੀ ਸਨ ਛਡਾਉਣੇ ਕੀਤੇ। ਫਿਰ ਪੂਨੇ ਸਤਾਰੇ ਦੇ ਵਿੱਚੋਂ ਕਿਲ੍ਹੇ ਦੇ ਵਿੱਚੋਂ ਜਾ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਛਡਾਉਣਾ ਕੀਤਾ। ਉਹਨਾਂ 'ਤੇ ਇੱਕ ਤੁਕ ਦਾ ਅਸਰ ਹੋ ਗਿਆ ਸੀ ਸਾਧ ਸੰਗਤ, ਜਿਹੜਾ ਕਿ ਉਸ ਜੇਲ੍ਹ ਦੇ ਵਿੱਚ ਇੱਕ ਗੁਰੂ ਕਾ ਪਿਆਰਾ ਹਰ ਵੇਲੇ ਪਾਠ ਕਰਦਾ ਸੀ, ਗੁਰ ਕਾ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਧਿਆਟੇ। ਵੇਖੋ ਉਹਨੇ ਇਹੋ ਹੀ ਤੁਕ ਸੁਣੀ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਧਿਆਟੇ। ਗੁਰੂ ਜਿਹੜਾ ਹੈ ਬੰਧਨ ਕੱਟ ਦਿੰਦਾ, ਸਿੱਖ ਨੂੰ ਆਜ਼ਾਦ ਕਰਾ ਦਿੰਦਾ ਹੈ, ਜਿਹੜਾ ਵਿਕਾਰਾਂ ਤੋਂ ਹਟ ਜਾਵੇ। ਅਤੇ ਅਸੀਂ ਪਤਾ ਨਹੀਂ ਕਿੰਨਾ ਕੁਝ ਸੁਣ ਲਿਆ, ਪੜ੍ਹ ਲਿਆ, ਸਾਨੂੰ ਫਿਰ ਅਸਰ ਨਹੀਂ। ਇਸੇ ਤੁਕ ਦਾ ਉਹ ਵੀ ਪਾਠ ਕਰਨ ਲੱਗ ਪਏ ਜਿਹੜੇ ਜੇਲ੍ਹ ਦੇ ਵਿੱਚ ਸਨ। ਰੁਸਤਮ ਰਾਓ ਅਤੇ ਬਾਲਾ ਰਾਓ ਪੂਨੇ ਸਤਾਰੇ ਵਿੱਚ ਕੈਦ ਹੋਏ ਸਨ। ਅਤੇ ਜਦੋਂ ਸਤਿਗੁਰਾਂ ਨੇ ਉਹਨਾਂ ਦਾ ਮਨ ਸਾਫ਼ ਵੇਖ ਕੇ ਸੋਚਿਆ ਕਿ ਬੇਨਤੀਆਂ ਕਰ ਰਹੇ ਹਨ, ਅਤੇ ਜਾ ਕਰਕੇ ਜੇਲ੍ਹ ਦੇ ਵਿੱਚ ਆਵਾਜ਼ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ, ਆਓ ਜੇ ਯਾਦ ਕਰਦੇ ਹੋ ਭਾਈ ਤੁਹਾਡੀ ਫਰਿਆਦ ਸੁਣ ਕੇ ਆਉਣਾ ਕੀਤਾ ਹੈ। ਦੋਵਾਂ ਨੇ ਘੋੜੇ ਦੀਆਂ ਰਕਾਬਾਂ ਨੂੰ ਫੜ ਲਿਆ, ਇੱਕ ਉੱਧਰ ਇੱਕ ਉੱਧਰ, ਅਤੇ ਸਤਿਗੁਰਾਂ ਨੇ ਕਿਲ੍ਹੇ ਤੋਂ ਬਾਹਰ ਲਿਆ ਕੇ ਜਿੱਥੇ ਅੱਜ ਕੱਲ੍ਹ ਮਨਮਾੜ ਸਾਹਿਬ ਗੁਰਦੁਆਰਾ ਹੈ, ਕੋਈ ਮੰਨੇ ਜਾਂ ਨਾ ਮੰਨੇ ਇਤਿਹਾਸ ਗਵਾਹੀ ਦੇ ਰਿਹਾ ਹੈ, ਉੱਥੇ ਆ ਕੇ ਸਤਿਗੁਰਾਂ ਨੇ ਉਹਨੂੰ ਤਾਰਨਾ ਕੀਤਾ ਅਤੇ ਨਾਲ ਸਿੱਖਿਆ ਦਿੱਤੀ ਭਾਈ ਨੰਦੇੜ ਸਾਹਿਬ ਜਾ ਕੇ ਸੱਚਖੰਡ ਅਤੇ ਸਿੱਖਾਂ ਨੂੰ ਸਾਡਾ ਜਿਹੜਾ ਹੈ ਸ਼ੁਭ ਜਿਹੜਾ ਸੰਦੇਸ਼ਾ ਦੇਣਾ ਕਰੋ ਕਿ ਭਾਈ ਜੋ ਤੁਹਾਨੂੰ ਹੁਕਮ ਕੀਤਾ ਉਹਦੇ ਅਨੁਸਾਰ ਆਪਣਾ ਜੀਵਨ ਸਫਲਾ ਕਰਨਾ ਕਰੋ। ਐਡਾ ਗੁਰੂ ਪਰਉਪਕਾਰੀ ਹੈ ਗੁਰੂ ਕੀ ਸਾਧ ਸੰਗਤ। ਸੋ ਸਤਿਗੁਰੂ ਜੀ ਕਹਿੰਦੇ ਭਾਈ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਚੰਗਿਆਂ ਦੀ ਸੰਗਤ ਕਰ ਲਈ, ਉਹਨਾਂ ਦੀਆਂ ਸਾਰੀਆਂ ਸੋਚਾਂ ਫਿਕਰ ਝੋਰੇ ਦੂਰ ਹੋ ਜਾਂਦੇ ਹਨ। ਜੋ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਕੀ ਆਗਿਆ ਨੂੰ ਮੰਨਦਾ ਹੈ, ਉਹਨਾਂ ਲਈ ਇਹ ਸਮਾਂ ਸਫਲਾ ਹੋਵੇਗਾ। ਸੋ ਗੁਰੂ ਪਿਆਰੀ ਸਾਧ ਸੰਗਤ,
ਇਹਨਾਂ ਹੀ ਬੇਨਤੀਆਂ ਦੇ ਨਾਲ ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਹੈ। ਇਹਨਾਂ ਕੁਝ ਇੰਨੇ ਸਮੇਂ 'ਚ ਕਹਿੰਦਿਆਂ ਹੋਏ ਸਮੂਰਖ ਪਾਪੀ ਅਣਜਾਣ ਜੀਵ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਗੁਰੂ ਕੀ